हेलो स्टूडेंट, वेलकम ऑन माई लर्न शॉर्ट एंड इंग्लिश पंजाबी एंड हिंदी यूट्यूब चैनल। तो स्टूडेंट अज असीं करांगे चैप्टर 7 सर्कल एस एंड जैड। पहला सी स्ट्रोक एस जैड एंड एस एंड जैड यूज़ करते सी, ते हुण असीं इहदे वास्ते सर्कल यूज़ करांगे जैड वास्ते, ज वास्ते भी और स वास्ते भी। सो ये सर्कल जिहड़ा है इहनूं असीं लैफ्ट मोशन भी यूज़ करते हैं तो राइट मोशन भी यूज़ करते हैं। सो स्टूडेंट जिहड़ा ये ज वास्ते सर्कल है, जैड वास्ते किसी वर्ड के शुरू में जो ज की साउंड आती, जिमें कि वर्ड झील, तो उत्थे असीं ज पूरा यूज़ करते हैं। पर एस वास्ते जिमें वर्ड साइट शुरू दे विच किसी स्ट्रोक वर्ड दे विच शुरू विच एस आवे तो सर्कल यूज़ करते हैं। पहला असी इस तरह लिखते ही साइट, तो हुण असीं एस का सर्कल जिहड़ा है शुरू विच स्ट्रोक दे यूज़ करांगे। तो स्टूडेंट ये जिहड़ा सर्कल है स्ट्रेट स्ट्रोक्स दे हमेशा लैफ्ट मोशन यूज़ हुंदा है। तो ਜਦੋਂ एक तो ਵੱਧ दो स्ट्रेट स्ट्रोक्स ਦੇ ਜਿਹੜੇ ਐਂਗਲ ਬਣਦੇ ਆ ਉਹਨਾਂ ਦੇ ਵਿਚਕਾਰ ਆ ਜਾਂਦਾ ਹੈ, ਦੋ ਸਟ੍ਰੋਕਸ ਦੇ ਵਿਚਕਾਰ ਆਊਟਸਾਈਡ ਦੀ ਐਂਗਲ ਲਿਖਦੇ ਆ, ਤੇ ਉਸ ਵੇਲੇ ਰਾਈਟ ਐਂਡ ਲੈਫਟ ਦਾ ਕੋਈ ਚੱਕਰ ਨਹੀਂ ਹੁੰਦਾ, ਤੇ ਉਦੋਂ ਹੀ ਜਿਵੇਂ ਵੀ ਹੈ ਜਿਹੜਾ ਮਰਜ਼ੀ ਯੂਜ਼ ਹੋ ਜਾਂਦਾ। ਇਸ ਤਰ੍ਹਾਂ ਹੀ ਵਰਡ ਲੈਂਦੇ ਜੀ ਜ਼ੀਰੋ, ਜ਼ ਦੀ ਸਾਊਂਡ ਆ ਰਹੀ ਹੈ ਵਰਡ ਦੇ ਸ਼ੁਰੂ ਵਿੱਚ, ਤਾਂ ਜ਼ ਅਸੀਂ पूरा यूज़ करांगे जिमें कि आप पहला यूज़ करते हैं। बट जैनिथ इत्थे भी ज की साउंड है, तो इत्थे भी ज शुरू विच किसी भी वर्ड के शुरू विच ज वास्ते असी स्ट्रोक यूज़ करते हैं। तो मिडल विच सर्कल यूज़ कर लेंदे, एंड च भी सर्कल यूज़ कर सकते हैं। तो एस वास्ते शुरू विच, मिडल विच ते एंड विच ਤਿੰਨਾਂ ਹਾਲਤਾਂ ਵਿੱਚ ਸਰਕਲ ਯੂਜ਼ ਕਰ ਸਕਦੇ ਹਾਂ। ਤੇ ਵਰਡ ਹੈਗਾ ਜੀ ਸੇਕ, ਐਸ ਤੇ ਕੇ ਪੂਰਾ ਪਹਿਲਾਂ ਪਾਉਂਦੇ ਸੀ, ਤੇ ਅੱਜ ਅਸੀਂ ਐਸ ਸਰਕਲ ਤੇ ਕੇ ਇਸ ਤਰ੍ਹਾਂ ਸਰਕਲ ਯੂਜ਼ ਕਰਾਂਗੇ। ਸੋਪ ਪਹਿਲਾਂ ਹੀ ਪੂਰਾ ਲਿਖਦੇ ਸੀ, ਹੁਣ ਅਸੀਂ ਐਸ ਸਰਕਲ ਤੇ ਪੀ ਇਸ ਤਰ੍ਹਾਂ ਯੂਜ਼ ਕਰਾਂਗੇ। ਤੇ ਐਸ ਦਾ ਜਿਹੜਾ ਸਰਕਲ ਹੈ ਅਸੀਂ ਸਟ੍ਰੋਕ ਦੇ ਸ਼ੁਰੂ ਵਿੱਚ ਲਾ ਦਿੰਦੇ ਹਾਂ, ਸਟੇਟ ਸਟ੍ਰੋਕ ਦੇ ਲੈਫਟ ਮੋਸ਼ਨ। सोप लैफ्ट मोशन मीन जो साडा हथ चलते हुए इधर ਨੂੰ जा रहा। सो इस तरह ही वर्ड सीड एस सर्कल ते डी, ਜਿਹੜਾ एस तो बाद वाला वो डी दी बिफोर साइड लग जाता है। ਜਦੋਂ ਅਸੀਂ ਸਰਕਲ ਯੂਜ਼ ਕਰਦੇ ਹਾਂ ਤਾਂ ਸਟ੍ਰੋਕ, ਜੇ ਸਟ੍ਰੋਕ ਯੂਜ਼ ਕਰਦੇ ਤਾਂ ਥਰੂ ਦਾ ਲਾਈਨ ਲਿਖ ਲੈਂਦੇ, ਬਟ ਅਸੀਂ ਜਦੋਂ ਸਰਕਲ ਯੂਜ਼ ਕਰਦੇ ਹਾਂ ਨੈਕਸਟ ਸਟ੍ਰੋਕ ਡਾਊਨ ਸਟ੍ਰੋਕ ਜਿਹੜਾ ਵੀ ਹੈਗਾ ਜਾਂ ਅਪ ਸਟ੍ਰੋਕ ਜੋ ਵੀ ਹੈ ਉਹਨੂੰ ਅਸੀਂ ਡਾਊਨ ਥਰੂ ਦਾ ਲਾਈਨ ਲਿਖਦੇ ਹਾਂ। ਸੋ ਅੱਗੇ ਵਰਡ ਹੈਗਾ ਜੀ ਸੇਫ, ਸੇਫ ਪੂਰਾ ਲਿਖਦੇ ਤਾਂ ਇਸ ਤਰ੍ਹਾਂ ਲਿਖਦੇ, ਬਟ ਜੇ ਹੁਣ ਅਸੀਂ ਇਹਨੂੰ ਸਰਕਲ ਯੂਜ਼ ਕਰਕੇ ਲਿਖੀਏ ਤਾਂ ਇਹ ਸਰਕਲ ਸ਼ੁਰੂ ਵਿੱਚ ਲਾ ਦਾਂਗੇ ਐਫ ਦੇ, ਤੇ ਐਫ ਔਨ ਦਾ ਲਾਈਨ ਲਿਖ ਦਾਂਗੇ। ਸੋਰ ਐਸ ਪੂਰਾ ਲਿਖਦੇ ਤਾਂ ਇੱਦਾਂ ਲਿਖਦੇ, ਲੇਕਿਨ ਐਸ ਸਰਕਲ ਯੂਜ਼ ਕਰੀਏ ਤਾਂ आर दे शुरू में ला देंगे, ओ वॉल होने करके आर जोड़ा ऑन द लाइन लिखांगे, क्योंकि ये जोड़े सर्कल है यदी फर्स्ट सैकेंड थर्ड प्लेस अपनी कोई नहीं होंगी जिथे ही वॉल लगा सकीए। तो इस तो बाद आने वाला वॉल जोड़ा हमेशा ही अगले स्ट्रोक दे बिफोर साइड ला देंगे हैं, तो सर्कल यूज़ कर लेंगे हैं एस सर्कल तो एम। हुण थर्ड प्लेस वाल उस तरह एम दे बिफोर साइड, जे ही स्ट्रोक यूज़ करते तो फिर एस असी पूरा लिखते थ्रू द लाइन लिखते, लेकिन एम नहीं लिखा जा सकता थ्रू द लाइन, इनू असी ऑन द लाइन लिखांगे। मिडल विच स्टूडेंट जदों दो स्ट्रेट स्ट्रोक्स दरम्यान एस सर्कल आता है या ज सर्कल जैड सर्कल आता है, तो आउटसाइड दी एंगल लिखते हैं असी, जिमें गैस्प गे एस सर्कल ते पी। जे असी इस तरह लिखांगे तो ये साडा गलत डायरैक्शन होएगी, तो आउटसाइड दी एंगल रास्प इस तरह ही रिस्क आर
ਐਸ ਸਰਕਲ ਤੇ ਕੇ। ਰਿਸਕ ਜੇ ਅਸੀਂ ਸਰਕਲ ਇਨਸਾਈਡ ਲਿਖਾਂਗੇ ਐਂਗਲ ਤੇ ਫਿਰ ਗਲਤ ਮੰਨਿਆ ਜਾਏਗਾ। ਟਾਸਕ ਟੀ ਐਸ ਸਰਕਲ ਤੇ ਕੇ। ਟਾਸਕ ਅਬਵ ਦ ਲਾਈਨ ਤਾਂ ਲਿਖੇ ਕਿਉਂਕਿ ਟੀ ਦੇ ਨਾਲ ਫਸਟ ਪਲੇਸ ਵੋਲ ਹੈ, ਬਾਕੀ ਸਾਰਾ ਸਿਸਟਮ ਉਹੀ ਰਹੇਗਾ ਵੋਲ ਸਿਸਟਮ। ਹਾਸਪ ਐਚ ਫਸਟ ਪਲੇਸ ਵੋਲ, ਐਸ ਸਰਕਲ ਤੇ ਪੀ ਹਾਸਪ। ਜੇ ਅਸੀਂ ਸਰਕਲ ਇਨਸਾਈਡ ਲਾਵਾਂਗੇ ਤਾਂ ਗਲਤ ਮੰਨਿਆ ਜਾਏਗਾ। ਫਿਰ ਸਟੂਡੈਂਟ ਜਦੋਂ ਦੋ ਕਰਵਡ ਸਟ੍ਰੋਕਸ ਦਰਮਿਆਨ ਆਉਂਦਾ ਸਰਕਲ ਤਾਂ ਉਹ ਇਨਸਾਈਡ ਦੀ ਕਰਵ ਲਿਖਿਆ ਜਾਂਦਾ। ਉੱਥੇ ਲੈਫਟ ਐਂਡ ਰਾਈਟ ਮੋਸ਼ਨ ਦਾ ਕੋਈ ਚੱਕਰ ਨਹੀਂ ਹੁੰਦਾ। ਜਿਵੇਂ ਕਿ ਵਰਡ ਸਿਸਿਲ, ਮਸਲ ਐਮ ਐਸ ਸਰਕਲ ਤੇ ਐਲ, ਡਿਜ਼ਾਈਨ ਡੀ ਐਸ ਸਰਕਲ ਤੇ ਐਨ। ਹੁਣ ਇਸ ਤੋਂ ਬਾਅਦ ਵਾਲਾ ਐਨ ਦੀ ਬਿਫੋਰ ਸਾਈਡ ਤੇ ਫਸਟ ਪਲੇਸ ਤੇ ਲੱਗ ਜਾਏਗਾ ਡਿਜ਼ਾਈਨ। ਸੋ ਇਸ ਤਰ੍ਹਾਂ ਹੀ ਵਰਡ ਹੈਗਾ ਜੀ ਲਿਸਪਸ, ਐਲ ਐਸ ਸਰਕਲ ਤੇ ਪੀ ਐਸ ਲਿਸਪਸ। ਸੋ ਇਸ ਤਰ੍ਹਾਂ ਹੀ ਇਹ ਸਰਕਲ ਜਿਹੜਾ ਹੈ ਸਟ੍ਰੋਕ ਦੇ ਐਂਡ ਵਿੱਚ, ਜਦੋਂ ਕਿਸੇ ਵਰਡ ਦੇ ਐਂਡ ਵਿੱਚ ਆਉਂਦਾ ਹੈ ਐਸ, ਤਾਂ ਸਟ੍ਰੋਕ ਦੇ ਐਂਡ ਵਿੱਚ ਅਸੀਂ ਐਸ ਵਾਸਤੇ ਸਟ੍ਰੋਕ ਐਸ ਜ਼ੈਡ ਲਿਖਣ ਦੀ ਬਜਾਏ ਸਰਕਲ ਯੂਜ਼ ਕਰ ਸਕਦੇ ਹਾਂ। ਜਿਵੇਂ ਹੋਪਸ ਐਚ ਪੀ ਤੇ ਐਸ ਪੂਰਾ ਲਿਖਣ ਦੀ ਬਜਾਏ ਐਸ ਦਾ ਸਰਕਲ ਲਿਖ ਦੇਵਾਂਗੇ। ਇੱਦਾਂ ਹੀ ਸੇਫਜ਼, ਜੇ ਕਰਵਡ ਸਟ੍ਰੋਕਸ ਹੈ ਤਾਂ ਇਨਸਾਈਡ ਦੀ ਕਰਵਸ ਬਜਾਏ ਕਿ ਆਪਾਂ ਐਸ ਐਫ ਐਸ ਇੰਜ ਲਿਖੀਏ, ਐਸ ਦਾ ਸਰਕਲ ਐਫ ਦੇ ਸ਼ੁਰੂ 'ਚ ਲਾਤਾ, ਐਫ ਤੋਂ ਬਾਅਦ ਵਾਲਾ ਉਹ ਐਂਡ 'ਚ ਲਾਤਾ। ਇਸ ਤਰ੍ਹਾਂ ਹੀ ਵਰਡ ਦੇ ਐਂਡ ਵਿੱਚ ਆਉਣ ਵਾਲਾ ਐਸ ਆਊਟਲਾਈਨ ਦੇ ਵਿੱਚ ਆਪਣੀ ਦੇ ਐਂਡ ਵਿੱਚ ਲਾ ਸਕਦੇ ਹਾਂ ਕਿਸੇ ਵੀ ਸਟ੍ਰੋਕ ਨੂੰ। ਟਾਸਕਸ ਇੱਥੇ ਦੇਖੋ ਆਊਟਸਾਈਡ ਦੀ ਐਂਗਲ ਤੇ ਐਂਡ ਵਿੱਚ ਵੀ ਆ ਰਿਹਾ, ਮਿਡਲ ਵੀ ਯੂਜ਼ ਕਰ ਲਿਆ, ਐਂਡ 'ਚ ਵੀ। ਟਾਸਕਸ ਪੈਸੇਜਸ ਪੀ ਐਸ ਸਰਕਲ ਜੇ ਐਸ ਪੈਸੇਜਸ। ਇਸ ਤੋਂ ਬਾਅਦ ਵਾਲਾ ਵੋਲ ਜੀ ਤੋਂ ਬਿਫੋਰ ਸਾਈਡ ਲੱਗੇਗਾ। ਡੈਸਕਸ ਡੀ ਐਸ ਸਰਕਲ ਕੇ ਐਸ, ਕੇ ਤੋਂ ਬਾਅਦ ਐਂਡ 'ਚ ਆਪਾਂ ਲੈਫਟ ਮੋਸ਼ਨ ਸਟ੍ਰੇਟ ਸਟ੍ਰੋਕ ਨੂੰ ਸਰਕਲ ਐਂਡ ਵਿੱਚ ਜਾਂ ਸ਼ੁਰੂ ਵਿੱਚ ਅਸੀਂ ਲੈਫਟ ਮੋਸ਼ਨ ਯੂਜ਼ ਕਰਦੇ ਹਾਂ। ਮਿਡਲ ਵਿੱਚ ਆਊਟਸਾਈਡ ਦੀ ਐਂਗਲ ਜਿਵੇਂ ਕਿ ਲਿਖਿਆ। ਸੋ ਇਸ ਤਰ੍ਹਾਂ ਹੀ ਅੱਗੇ ਵੜ ਲੈਂਦੇ ਹਾਂ। ਸੂਥਜ਼ ਇਸ ਤਰ੍ਹਾਂ ਹੀ ਵੜ ਲੈਂਦੇ ਹਾਂ। ਐਸੇਜ਼ ਜੇ ਆਪਾਂ ਐਸੇ ਲਿਖੀਏ ਤਾਂ ਇਸ ਤਰ੍ਹਾਂ, ਬਟ ਅੱਗੇ ਐਸ ਆ ਰਿਹਾ ਐਸੇਜ਼। ਇਸ ਤਰ੍ਹਾਂ ਹੀ ਜੇ ਸੂਥ ਲਿਖਦੇ ਤਾਂ ਇੰਜ ਲਿਖਦੇ, ਜੇ ਐਸ ਆ ਗਿਆ ਸੂਥਜ਼ ਜ਼ ਦੀ ਸਾਊਂਡ ਤਾਂ ਆਪਾਂ ਐਂਡ ਵਿੱਚ ਐਸ ਔਰ ਜ਼ੈਡ ਦੋਨਾਂ ਵਾਸਤੇ ਯੂਜ਼ ਕਰ ਲੈਂਦੇ ਹਾਂ। ਸੋ ਸਟੂਡੈਂਟ ਸੈਂਸ ਐਸ ਸਰਕਲ ਐਨ ਫਿਰ ਐਸ ਦਾ ਸਰਕਲ ਯੂਜ਼ ਕਰ ਲਵਾਂਗੇ ਸ਼ੁਰੂ 'ਚ ਵੀ ਅਤੇ ਐਂਡ 'ਚ ਵੀ। ਸੋ ਰੈਸਪਸ ਰੈਸਪ ਐਸ ਸਰਕਲ ਯੂਜ਼ ਹੋ ਜਾਏਗਾ ਇੱਥੇ, ਅਤੇ ਇੱਥੇ ਵੀ ਇਸ ਤਰ੍ਹਾਂ ਹੀ ਜਸਟਿਸ ਜੇ ਐਸ ਸਰਕਲ ਓਵਲ ਟੀ ਤੋਂ ਬਾਅਦ ਐਂਡ 'ਚ ਐਸ ਸਰਕਲ। ਐਕਸਾਈਡਸ ਇਸ ਤਰ੍ਹਾਂ ਹੀ ਕੇ ਤੋਂ ਪਹਿਲਾਂ ਸਾਡੇ ਕੋਲ ਆ ਰਿਹਾ ਵੋਲ ਸੈਕਿੰਡ ਪਲੇਸ, ਇਸ ਲਈ ਡਾਊਨ ਸਟ੍ਰੋਕ ਡੀ ਔਨ ਦਾ ਲਾਈਨ। ਐਸ ਮਿਡਲ 'ਚ ਵੀ ਯੂਜ਼ ਕਰ ਲਿਆ ਆਪਾਂ। ਐਕਸਾਈਟਸ ਐਕਸਾਈਟਸ। ਸੋ ਕਹਿੰਦਾ ਨੈਕਸਟ ਚੱਲਦੇ ਹਾਂ ਜੀ, ਆਪਾਂ ਵਰਡ ਲੈਂਦੇ ਹਾਂ ਸਿੰਗਸ ਐਸ ਸਰਕਲ ਸ਼ੁਰੂ 'ਚ ਵੀ ਇੰਗ ਐਂਡ 'ਚ ਵੀ ਯੂਜ਼ ਕਰ ਸਕਦੇ ਹਾਂ ਸਿੰਗਸ। ਸਲੇਜ਼ ਐਸ ਸਰਕਲ ਐਲ ਫਿਰ ਸਲੇ, ਬਟ ਜੇ ਸਲੇਜ਼ ਹੋਵੇ ਤਾਂ ਐਸ ਐਲ ਏ ਐਸ ਸਰਕਲ ਐਂਡ 'ਚ ਪੂਰਾ ਸਰਕਲ ਯੂਜ਼ ਕਰ ਸਕਦੇ ਹਾਂ ਬਜਾਏ ਕਿ ਸਟ੍ਰੋਕ ਲਿਖੀਏ। ਸੋਰਸ ਐਸ ਸਰਕਲ ਆਰ ਤੇ ਐਸ ਸੋਰਸ। ਸੋ ਸਟੂਡੈਂਟ ਅੱਗੇ ਸਾਡੇ ਕੋਲ ਇਸ ਤਰ੍ਹਾਂ ਵਰਡ ਆ ਜਾਂਦੇ ਆ ਜਿੱਥੇ ਸਟੇਟ ਸਟ੍ਰੋਕਸ ਇਕੱਲਾ ਹੋਵੇ, ਜਿਵੇਂ ਸਪੇਸ ਦੂਜੇ ਸਟੇਟ ਸਟ੍ਰੋਕਸ ਨਾਲ ਨਹੀਂ ਜੁੜ ਰਿਹਾ, ਕੋਈ ਐਂਗਲ ਨਹੀਂ ਬਣ ਰਿਹਾ, ਤਾਂ ਸਰਕਲ ਜਿਹੜਾ ਹੈ ਹਮੇਸ਼ਾ ਲੈਫਟ ਮੋਸ਼ਨ ਯੂਜ਼ ਹੁੰਦਾ ਹੈ ਇਹਨਾਂ ਦੇ ਨਾਲ ਸ਼ੁਰੂ 'ਚ ਵੀ ਐਂਡ 'ਚ ਵੀ। ਜਿਵੇਂ ਸਪੇਸ
ਸਪੇਸ। ਇਸ ਤਰ੍ਹਾਂ ਹੀ ਸੀਡਸ, ਐਸ ਸਰਕਲ ਈ ਵੋਵਲ ਥਰਡ ਪਲੇਸ ਦਾ, ਇਸ ਲਈ ਡੀ ਥਰੂ ਦ ਲਾਈਨ। ਐਂਡ ਜ ਸੀਡਸ ਜ਼ ਦੀ ਸਾਉਣ ਵਾਸਤੇ ਫਿਰ ਐਸ ਆਪਾਂ ਸਾਉਣ ਵਾਸਤੇ ਜ਼ ਦੇ ਲਈ ਸਰਕਲ ਯੂਜ਼ ਕਰ ਲਿਆ। ਸੌਕਸ, ਇਸ ਤਰ੍ਹਾਂ ਹੀ ਐਸ ਸਰਕਲ ਕੇ ਫਿਰ ਐਸ ਸੌਕਸ, ਐਂਡ ਵਿੱਚ ਲੈਫਟ ਮੋਸ਼ਨ, ਸ਼ੁਰੂ 'ਚ ਵੀ ਐਂਡ 'ਚ ਵੀ। ਸੌਰੋਜ਼, ਇੱਥੇ ਵੀ ਸ਼ੁਰੂ 'ਚ ਵੀ ਐਂਡ 'ਚ ਆ ਰਿਹਾ। ਕੋਈ ਵੀ ਜੁਆਇਨ ਸਟ੍ਰੋਕ ਨੈਕਸਟ ਸਟੇਟ ਸਟ੍ਰੋਕ ਕੋਈ ਐਂਗਲ ਨਹੀਂ ਬਣ ਰਿਹਾ ਤਾਂ ਲੈਫਟ ਮੋਸ਼ਨ ਹੀ ਯੂਜ਼ ਕਰਾਂਗੇ। ਜਦੋਂ ਸਟੂਡੈਂਟ ਇੱਕ ਤੋਂ ਵੱਧ ਸਟੇਟ ਸਟ੍ਰੋਕਸ ਦੇ ਅਸੀਂ ਜੋੜਦੇ ਹਾਂ ਅਤੇ ਜੋ ਐਂਗਲ ਬਣਦੇ ਉਹਨਾਂ ਦੇ ਸਰਕਲ ਅਸੀਂ ਆਊਟਸਾਈਡ ਦੀ ਐਂਗਲ ਲਿਖਦੇ ਹਾਂ, ਤਾਂ ਉੱਥੇ ਲੈਫਟ ਐਂਡ ਰਾਈਟ ਮੋਸ਼ਨ ਦਾ ਕੋਈ ਚੱਕਰ ਨਹੀਂ ਹੁੰਦਾ, ਉਹ ਕਿਸ ਤਰ੍ਹਾਂ ਵੀ ਲਿਖਿਆ ਜਾ ਸਕਦਾ। ਬਟ ਜਦੋਂ ਦੋ ਸਟੇਟ ਸਟ੍ਰੋਕ ਇੱਕੋ ਲੈਂਥ ਦੇ ਹੁੰਦੇ ਆ ਤਾਂ ਉੱਥੇ ਫਿਰ ਇਹ ਲੈਫਟ ਮੋਸ਼ਨ ਹੀ ਯੂਜ਼ ਹੁੰਦਾ ਹੈ। ਬਸ ਵੀ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਸਰਕਲ ਸਾਡਾ ਜਦੋਂ ਹੱਥ ਚੱਲਦੇ ਹੋਏ ਹੁਣ ਇੱਕ ਲੈਫਟ ਸਾਈਡ ਨੂੰ ਗਿਆ ਸਾਡਾ ਹੈਂਡ, ਫਿਰ ਅੱਗੇ ਵੀ, ਬਸ ਵੀ। ਇਸਦਾ ਹੀ ਟੈਸਿਟ, ਟੀ ਐਸ ਸਰਕਲ ਤੇ ਟੀ ਟੈਸਿਟ। ਕਾਸਕ, ਕੇ ਐਸ ਸਰਕਲ ਤੇ ਕੇ। ਰੇਜ਼ਰ, ਆਰ ਐਸ ਸਰਕਲ ਤੇ ਜ਼ ਤੇ ਆਰ, ਜ਼ ਸਰਕਲ ਤੇ ਆਰ, ਰੇਜ਼ਰ। ਵਾਈਜ਼ਰ, ਜ਼ ਡਬਲਿਊ ਵ ਐਸ ਸਰਕਲ ਤੇ ਰ, ਵੇ ਵੀ ਬੋਲ ਦਿੰਦੇ ਆਪਾਂ ਨੂੰ ਡਬਲਿਊ ਨੂੰ, ਵ ਜ਼ ਸਰਕਲ ਤੇ ਆਰ, ਵਾਈਜ਼ਰ। ਸੋ ਸਟੂਡੈਂਟ ਜਿਹੜਾ ਐਲ ਹੈਗਾ, ਐਲ ਵੈਸੇ ਤਾਂ ਸਾਡੇ ਕੋਲ ਅਪਵਰਡ ਦਿੱਤਾ ਹੋਇਆ, ਇਹਨੂੰ ਅਸੀਂ ਡਾਊਨਵਰਡ ਵੀ ਲਿਖ ਲੈਂਦੇ ਹਾਂ ਜਦੋਂ ਅਸੀਂ ਐਸ ਸਰਕਲ ਲਿਖ ਰਹੇ ਹੁੰਦੇ ਹਾਂ। ਜਿਵੇਂ ਫੋਸਿਲ, ਐਫ ਤੋਂ ਬਾਅਦ ਐਸ ਸਰਕਲ ਆ ਰਿਹਾ, ਸਰਕਲ ਦੇ ਮੋਸ਼ਨ ਨੂੰ ਹੀ ਆਪਾਂ ਐਲ ਡਾਊਨਵਰਡ ਲਿਖ ਲੈਂਦੇ ਹਾਂ, ਜਿਵੇਂ ਫੋਸਿਲ। ਕੈਂਸਲ, ਕੇ ਐਨ ਐਸ ਸਰਕਲ ਤੇ ਐਲ। ਥਿਸਲ, ਇਥ ਐਸ ਸਰਕਲ ਤੇ ਐਲ। ਨੈਸਲਜ਼, ਐਨ ਐਸ ਸਰਕਲ ਐਲ ਤੇ ਐਸ, ਨੈਸਲਜ਼। ਇੱਦਾਂ ਹੀ ਲੈਸਨਜ਼, ਐਲ ਐਸ ਸਰਕਲ ਐਨ ਤੇ ਐਸ, ਲੈਸਨਜ਼। ਪੈਨਸਿਲ ਜਾਂ ਵੈਸਲ, ਵੀ ਐਸ ਸਰਕਲ ਤੇ ਐਲ। ਤੇ ਲੂਜ਼ਰ, ਐਲ ਐਸ ਜ਼ ਸਰਕਲ ਤੇ ਆਰ, ਲੂਜ਼ਰ। ਪੈਨਸਿਲ, ਪੈਨ ਐਸ ਸਰਕਲ ਤੇ ਐਲ, ਪੈਨਸਿਲ। ਸੋ ਸਟੂਡੈਂਟ ਇਹ ਮੈਂ ਤੁਹਾਨੂੰ ਸਮਝਾ ਰਿਹਾ, ਬਲਕਿ ਆਪਾਂ ਡਬਲਿੰਗ ਬਿਲਕੁਲ ਨਹੀਂ ਕਰਨੀ। ਪੈਨਸਿਲ ਤੇ ਅਰੇਜ਼ਰ ਕਿਤੇ ਵੀ ਨਹੀਂ ਯੂਜ਼ ਕਰਨਾ, ਓਕੇ। ਤੇ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੇ ਆ ਲੋਗਰਾਮਸ। ਜਿਵੇਂ ਗ੍ਰਾਮਲੋਗਸ ਦੇ ਵਿੱਚ ਕਮ ਵਾਸਤੇ ਹੀ ਕੇ ਯੂਜ਼ ਕੀਤਾ ਹੈ, ਕਮ ਬਟ ਕਮਸ, ਉੱਥੇ ਵੀ ਅਸੀਂ ਐਸ ਸਰਕਲ ਯੂਜ਼ ਕਰ ਸਕਦੇ ਹਾਂ। ਕਮ ਦੇ ਨਾਲ ਐਸ ਸਰਕਲ ਆਤਾ, ਕਮਸ। ਪੁੱਟ ਅਸੀਂ ਥਰੂ ਦ ਲਾਈਨ ਲਿਖਿਆ ਸੀ ਪੁੱਟ, ਬਟ ਪੁੱਟਸ, ਪੁੱਟ ਲਿਖੇ ਐਸ ਸਰਕਲ, ਐਸ ਵਾਸਤੇ, ਐਸ ਦੀ ਸਾਊਂਡ ਵਾਸਤੇ ਆਪਾਂ ਸਰਕਲ ਲਗਾ ਸਕਦੇ ਹਾਂ। ਅਤੇ ਲਾਈਟ ਸਾਊਂਡਡ ਵੋਲ ਜਿਹੜਾ ਹੈ ਵਰਡ ਦੇ ਵਿੱਚ ਆ ਰਿਹਾ, ਜਿਵੇਂ ਪੋਇਜ਼ਨ, ਪੀ ਐਸ ਸਰਕਲ ਤੇ ਐਨ, ਐਸ ਜ਼ ਔਰ ਐਨ ਦੇ ਦਰਮਿਆਨ ਲਾਈਟ ਸਾਊਂਡਡ ਹੈ ਵੋਲ, ਜੋ ਉਹਨੂੰ ਅਸੀਂ ਲਿਖਦੇ ਨਹੀਂ, ਠੀਕ ਹੈ ਜੀ, ਉਹਨੂੰ ਅਸੀਂ ਓਮਿਟ ਕਰ ਦਿੰਦੇ ਹਾਂ। ਰੈਫਿਊਜ਼ਲ, ਰੈਫਿਊਜ਼ਲ, ਜ਼ ਔਰ ਐਲ ਦੇ ਦਰਮਿਆਨ ਵੋਲ ਹੈ ਲਾਈਟ ਸਾਊਂਡਡ, ਉਹ ਓਮਿਟ ਹੋ ਜਾਏਗਾ। ਆਂਸਰ, ਇਸ ਤਰ੍ਹਾਂ ਹੀ ਆਂਸਰ, ਸ ਤੇ ਰ, ਇੱਥੇ ਵੀ ਜਿਹੜਾ ਲਾਈਟ ਸਾਊਂਡਡ ਵੋਲ ਓਮਿਟ। ਡਿਜ਼ਾਇਰ, ਡੀ ਐਸ ਸਰਕਲ ਤੇ ਆਰ, ਹੁਣ ਇੱਥੇ ਡੀ ਐਸ ਦਰਮਿਆਨ ਲਾਈਟ ਸਾਊਂਡਡ ਵੋਲ ਓਮਿਟ। ਸੋ ਸਟੂਡੈਂਟ ਇਸ ਤਰ੍ਹਾਂ ਹੀ ਸਾਡਾ ਚੈਪਟਰ ਕੰਪਲੀਟ ਹੁੰਦਾ। ਤਾਂ ਨੈਕਸਟ ਸਾਡੇ ਕੋਲ ਇਹ ਵਰਡ ਐਕਸਰਸਾਈਜ਼ ਦਿੱਤੀਆਂ ਹੋਈਆਂ, ਇੱਕ ਪੇਜ 'ਤੇ 3 ਵਰਡ ਲਿਖ ਲੈਣਾ, 1 2 3 ਇਸ ਤਰ੍ਹਾਂ ਕਰਕੇ। ਜਿਹੜੀਆਂ ਵਿੱਚ ਲਾਈਨਾਂ ਨੇ ਉਹਨਾਂ ਵਿੱਚ ਤੁਸੀਂ ਪ੍ਰੈਕਟਿਸ ਕਰਨੀ ਹੈ, ਅਤੇ 90 ਵਾਰ, 80 ਵਾਰ, 100 ਵਾਰ, ਜਿੰਨਾ ਵੱਧ ਤੋਂ ਵੱਧ ਕਰ ਸਕਦੇ ਹੋ। 80 ਤੋਂ ਵੱਧ ਹੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਹੀ ਇਹ ਸਾਰੀਆਂ ਲਾਈਨਾਂ ਦੇ ਵਿੱਚ 3 ਵਰਡ ਹੈ,
ਐ ਕੰਟੀਨਿਊ ਲਿਖਦੇ ਜਾਓ ਬਸ, ਇੱਕ ਪੇਜ ਤੇ 3, ਫਿਰ ਅਗਲੇ ਤੇ ਆ 3, ਅਗਲੇ ਤੇ ਆ, ਫਿਰ ਅਗਲਾ ਐਂ ਸਾਰੇ ਕੰਟੀਨਿਊ। ਘੱਟੋ ਘੱਟ 15 ਪੇਜ ਦੀ ਪ੍ਰੈਕਟਿਸ ਤੁਹਾਡੀ ਡੇਲੀ ਦੀ ਹੋਣੀ ਚਾਹੀਦੀ ਹੈ। ਸੋ ਗ੍ਰਾਮਰਲੋਗਸ ਅੱਗੇ ਆ ਜਾਂਦੇ ਆ। ਗ੍ਰਾਮਰਲੋਗਸ ਜਿਹੜੇ ਨੇ ਸਾਡੇ ਕੋਲ ਦਿੱਤੇ ਹੋਏ ਨੇ ਯੂਜ਼ਲ ਯੂਜ਼ਲੀ, ਇਹਦੇ ਲਈ ਜੀ ਔਨ ਦਾ ਲਾਈਨ ਯੂਜ਼ਲ ਯੂਜ਼ਲੀ, ਐਜ਼ ਹੈਜ਼, ਐਸ ਸਰਕਲ ਜਿਹੜਾ ਹੈ ਅਬਵ ਦਾ ਲਾਈਨ, ਐਜ਼ ਔਰ ਹੈਜ਼ ਦੋਨਾਂ ਵਾਸਤੇ। ਇਜ਼ ਹਿਜ਼ ਵਾਸਤੇ ਵੀ ਇਹੀ ਸਰਕਲ ਔਨ ਦਾ ਲਾਈਨ ਇਜ਼ ਹਿਜ਼। ਬਿਕੋਜ਼ ਵਾਸਤੇ ਕੇ ਨੂੰ ਐਸ ਸਰਕਲ ਅਬਵ ਦਾ ਲਾਈਨ। ਇਟਸੈਲਫ ਵਾਸਤੇ ਟੀ ਨੂੰ ਐਸ ਸਰਕਲ ਥਰੂ ਦਾ ਲਾਈਨ ਇਟਸੈਲਫ। ਦੋਜ਼ ਦਾ ਸੈਲਫ ਵਾਸਤੇ ਦੀ ਨੂੰ ਐਸ ਸਰਕਲ ਦੋਜ਼ ਦਾ ਸੈਲਫ। ਅਤੇ ਦਿਸ ਵਾਸਤੇ ਦੀ ਨੂੰ ਐਸ ਸਰਕਲ ਔਨ ਦਾ ਲਾਈਨ, ਦਸ ਵਾਸਤੇ ਦੀ ਨੂੰ ਐਸ ਸਰਕਲ ਥਰੂ ਦਾ ਲਾਈਨ। ਸੋ ਸਟੂਡੈਂਟ ਅੱਗੇ ਆ ਜਾਂਦੇ ਆ ਸਾਡੇ ਕੋਲ ਪੈਰਾਗ੍ਰਾਫ 20 ਐਕਸਰਸਾਈਜ਼ 25 ਐਂਡ 26। ਇਹਨਾਂ ਦੇ ਵਿੱਚ ਵੀ ਇਹ ਤੁਸੀਂ ਇੱਕ ਇੱਕ ਪੇਜ 'ਤੇ ਜਿੰਨਾ ਸ਼ਾਰਟ ਹੈਂਡ 'ਚ ਮੈਟਰ ਆਉਂਦਾ ਉਨੀ ਲਾਈਨ ਲਿਖ ਲੈਣੀ ਹੈ। ਅਗਲੇ ਪੇਜ 'ਤੇ ਉਸ ਤੋਂ ਅੱਗੇ ਸ਼ਾਰਟ ਹੈਂਡ ਲਿਖ ਲੈਣੀ ਹੈ, ਉਸ ਤੋਂ ਅੱਗੇ ਲਿਖ ਲੈਣੀ ਹੈ। ਅਤੇ ਇੱਕ ਵਾਰ ਤੁਸੀਂ ਹਾਸ਼ੀਏ ਦੇ ਵਿੱਚ ਮਾਰਜਿਨ ਦੇ ਵਿੱਚ ਇੰਗਲਿਸ਼ ਲਿਖ ਸਕਦੇ ਹੋ। ਫਿਰ ਉਹਦੀ ਸ਼ਾਰਟ ਹੈਂਡ ਲਿਖੇ ਪੂਰਾ ਪੇਜ ਬਾਰ-ਬਾਰ ਉਹ ਲਾਈਨ ਟੂ ਲਾਈਨ, ਲਾਈਨ ਟੂ ਲਾਈਨ, ਲਾਈਨ ਟੂ ਲਾਈਨ ਸ਼ਾਰਟ ਹੈਂਡ ਲਿਖਦੇ ਜਾਓ। ਪੂਰਾ ਪੇਜ ਪ੍ਰੈਕਟਿਸ ਕਰੋ। ਇਸ ਤਰ੍ਹਾਂ ਹੀ 26 ਐਕਸਰਸਾਈਜ਼ ਦੀ ਕਰੋ। ਫਿਰ ਸਟੂਡੈਂਟ 25th ਐਂਡ 6th ਐਕਸਰਸਾਈਜ਼ ਦੀ ਮੈਂ ਜਿਹੜੀ ਡਿਕਟੇਸ਼ਨ ਅਪਲੋਡ ਕਰ ਦਿਆਂਗਾ। ਜੇ ਤੁਹਾਨੂੰ ਮੇਰਾ ਇਹ ਚੈਨਲ ਪਸੰਦ ਆਇਆ ਹੋਵੇ ਤਾਂ ਤੁਸੀਂ ਇਹਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ, ਅਤੇ ਕਮੈਂਟ ਬਾਕਸ ਵਿੱਚ ਕਮੈਂਟ ਵੀ ਜ਼ਰੂਰ ਦੇ ਦੇਣਾ, ਤਾਂ ਕਿ ਤੁਹਾਨੂੰ ਅੱਗੇ ਸਟੂਡੈਂਟ ਤੁਹਾਨੂੰ ਮਿਲਦੇ ਆ ਫਿਰ ਅਗਲੀ ਵੀਡੀਓਜ਼ ਦੇ ਵਿੱਚ। ਡੋਂਟ ਵਰੀ, ਬੀ ਹੈਪੀ।